सत श्री अकाल। मैं तुहाडे नाल सुखविंदर सिंह, मेरे नाल सियासी माहर प्रोफैसर मनजीत सिंह मौजूद ने। किसानां दा अंदोलन लगातार अगे वधदा जा रहा है। मुजफ्फरनगर तो बाद करनाल दे तस्वीरां जिहड़ियां ने गवाह ने कि किसानां दी जिहड़ी जंग आ हुण आर पार दी हो चुकी है सरकार दे नाल। इहदे विचाले जदों असीं तस्वीरां जां चर्चा करदे आ उहदे विच केंद्री खेती मंत्री नरेंद्र तोमर होना दा बयान जिहड़ा लगातार चर्चा विच रहिंदा कि डिजिटल खेती असीं कर देनी है। उधर हरियाणे के खेती मंत्री जेपी दलाल जिहड़े ने वो किसान लीडरां ते कहते ने कि ये आपू बने किसान लीडर ने, इन्हां नूं कौन मनदा, ये तां अपणियां करदे ने। दूजी गल वो कहंदे ने कि कांग्रेस ने छड्डिया होया गुरनाम सिंह चड़ूनी नूं पैसे दे के वो हरियाणे दा माहौल खराब कर रहा। पंजाब तो लिया के किसान लीडर जिहड़े ने, किसान जथेबंदियां सारियां इस तरह हरियाणे के किसानों नूं उकसा रही। हरियाणे के किसान बड़ा खुशहाल है। ਇਹਦੇ ਬਾਰੇ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਤੋਂ ਜਾਣਾਂਗੇ ਕਿਉਂਕਿ ਕਿਸਾਨਾਂ ਦੇ ਵਿੱਚ ਰਹੇ ਨੇ। ਹਰਿਆਣੇ ਦੇ ਕਿਸਾਨਾਂ ਨੂੰ ਵੀ ਇਹਨਾਂ ਨੇ ਨੇੜਿਓਂ ਤੱਕਿਆ, ਉੱਥੋਂ ਦੇ ਮਸਲਿਆਂ ਨੂੰ ਵੀ ਨੇੜਿਓਂ ਤੱਕਿਆ। ਉਹਦੇ ਉੱਤੇ ਸਾਰੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਬੀਜੇਪੀ ਤੇ ਜੇਜੇਪੀ ਸਰਕਾਰ ਦੇ ਅੰਦਰ ਕੀ ਚੱਲ ਰਿਹਾ, ਕੇਂਦਰੀ ਬੀਜੇਪੀ ਦੇ ਅੰਦਰ ਕੀ ਚੱਲ ਰਿਹਾ, ਉਹ ਵੀ ਜਿਹੜਾ ਉਹ ਚਰਚਾ ਦਾ ਵਿਸ਼ਾ ਆ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਪ੍ਰੋਫੈਸਰ ਸਾਹਿਬ ਕਿੱਦਾਂ ਦੇਖਦੇ ਹੋ ਮੁਜ਼ੱਫਰਨਗਰ ਤੋਂ ਬਾਅਦ ਕਰਨਾਲ? ਬਿਲਕੁਲ ਉੱਪਰੋਂ ਥਲੀ ਇਹ ਰੈਲੀਆਂ ਇੱਕੋ ਦਿਨ ਦਾ ਵਿੱਚ ਗੈਪ ਪਿਆ ਤੇ 5 ਤਰੀਕ ਨੂੰ ਉਹ ਹੋਈ ਹੈ ਤੇ ਉਦੋਂ ਇੱਕ ਦਿਨ ਛੱਡ ਕੇ ਅਲਟੀਮੇਟਮ ਦਿੱਤਾ ਹੋਇਆ ਸੀ ਅਗਲੀ ਰੈਲੀ ਇਹ ਹੋਈ ਆ। ਦੋਵੇਂ ਮਹਾ ਰੈਲੀਆਂ ਵੱਡਾ ਪ੍ਰਦਰਸ਼ਨ ਆ। ਜਿਹੜਾ ਵਿੱਚ ਪਿੱਛੇ ਜੇ ਗੈਪ ਪੈ ਗਿਆ ਸੀ, ਠੰਡ ਠੰਡੌਲਾ ਜਿਹਾ ਹੋ ਗਿਆ ਸੀਗਾ, ਲੋਕ ਆ ਕੇ ਆਪੋ ਆਪਣੇ ਇਲਾਕਿਆਂ 'ਚ ਰੈਲੀਆਂ ਕਰਨ ਲੱਗ ਪਏ, ਇੱਧਰ ਹੋ ਗਿਆ ਉੱਧਰ ਹੋ ਗਿਆ ਹੈ ਨਾ, ਕਿਤੇ ਪੋਲੀਟੀਕਲ ਲੋਕਾਂ ਨੂੰ ਵਿਰੋਧਤਾ ਕਰਨ ਲੱਗ ਗਏ, ਰੋਸ਼ ਕਰਨ ਲੱਗ ਗਏ। ਜਿਹੜੀ ਕੈਂਪੇਨ ਇਲੈਕਸ਼ਨਾਂ ਲਈ ਪੰਜਾਬ 'ਚ ਸ਼ੁਰੂ ਹੋਈ ਸੀ ਉਹਦੇ ਤੋਂ ਹਟ ਕੇ ਇੱਕ ਵਾਰੀ ਫਿਰ ਵੱਡਾ ਹਲਾਰਾ, ਬਹੁਤ ਵੱਡਾ ਅਹਿਮ ਹਲਾਰਾ, ਮੈਂ ਤੇ ਇਹ ਕਹੂੰਗਾ ਕਿ ਇੱਕ ਫੇਜ਼ 2 ਕਿਸਾਨ ਮੂਵਮੈਂਟ ਦਾ ਸ਼ੁਰੂ ਹੋ ਚੁੱਕਾ ਆ, ਜਿਹਦੇ ਵਿੱਚ ਅਸਲ ਵਿੱਚ ਇਹਦੀ ਸ਼ੁਰੂਆਤ ਇਸ ਕਿਸਮ ਦੀ ਬੰਗਾਲ ਦੀਆਂ ਚੋਣਾਂ ਤੇ ਹੋ ਗਈ ਸੀ, ਪਰ ਹੁਣ ਵਾਲੀਆਂ ਚੋਣਾਂ ਤੇ ਕਲੀਅਰ ਇਹ ਸਿੱਧਾ ਸਿੱਧਾ ਹੋ ਗਿਆ। ਉੱਥੇ ਤੇ ਇਹ ਗੱਲ ਸੀਗੀ ਬੰਗਾਲ ਦੀਆਂ ਚੋਣਾਂ 5 ਸੂਬਿਆਂ ਦੇ ਵਿੱਚ ਉਦੋਂ ਕਿਸਾਨਾਂ ਦਾ ਕਿ ਬੀਜੇਪੀ ਹਰਾਓ ਦੇਸ਼ ਬਚਾਓ, ਇਸ ਕਿਸਮ ਦੀ ਕਾਲ ਸੀਗੀ, ਵੋਟ ਦੀ ਚੋਟ ਇਸ ਕਿਸਮ ਦਾ। ਹੁਣ ਉਹਨਾਂ ਨੇ ਇਹ ਕਿਹਾ ਕਿ ਦੇਸ਼ ਨੂੰ ਜੇ ਬਚਾਉਣਾ ਤੇ ਬੀਜੇਪੀ ਨੂੰ ਨਹੀਂ ਹਟਾਉਣਾ, ਬਲਕਿ ਕੋਈ ਵੀ ਜਿਹੜੀ ਇਹੋ ਜਿਹੀ ਪਾਰਟੀ ਹੋਵੇ ਜਿਹੜੀ ਇਹੋ ਜਿਹੇ ਕੰਮ ਕਰੇ ਉਹਦੇ ਤੋਂ ਦੇਸ਼ ਨੂੰ ਬਚਾਉਣ ਦੀ ਬੜੀ ਅੱਜ ਅਹਿਮ ਜ਼ਰੂਰਤ ਆ। ਔਰ ਉਹਦਾ ਬੋਝ ਕਿਸਾਨਾਂ, ਮਜ਼ਦੂਰਾਂ ਤੇ ਇੱਥੋਂ ਦੇ ਨੌਜਵਾਨਾਂ ਤੇ ਹੈਗਾ ਕਿ ਜਿਹੜੇ 5 ਸੂਬਿਆਂ ਦੀਆਂ ਜਦੋਂ ਚੋਣਾਂ ਸੀਗੀਆਂ ਤੇ ਉਦੋਂ ਤੇ ਸਿਰਫ ਇੰਨੀ ਗੱਲ ਸੀਗੀ ਕਿ ਉੱਥੇ 5 ਦੇ ਵਿੱਚ ਬੀਜੇਪੀ ਨੂੰ ਹਰਾਓ ਦੇਸ਼ ਬਚਾਓ। ਪਰ ਜਿਹੜਾ ਹੁਣ ਵਾਲਾ ਫੇਜ਼ ਸ਼ੁਰੂ ਹੋਇਆ ਕਿ ਇਹਦੇ 'ਚ ਕੋਈ ਵੀ ਪਾਰਟੀ ਹੋਵੇ, ਭਾਵੇਂ ਉਹ ਬੀਜੇਪੀ ਹੋਏ ਅੱਜ, ਕਿਉਂਕਿ ਬੀਜੇਪੀ ਨੇ ਦੇਸ਼ ਨੂੰ ਵੇਚਣਾ ਲਾਤਾ, ਪਬਲਿਕ ਸੈਕਟਰ ਨੂੰ ਕਿਵੇਂ ਬਚਾਉਣਾ, ਨੌਕਰੀਆਂ ਨੂੰ ਕਿਵੇਂ ਬਚਾਉਣਾ, ਇਸ ਲਈ ਭਾਵੇਂ ਉਹ ਕਿਸਾਨ ਆ, ਮਜ਼ਦੂਰ ਆ, ਨੌਜਵਾਨ ਆ, ਇਹਨਾਂ ਦਾ ਹਮਲਾ ਮਾਰ ਕੇ ਇੱਕ ਨਵੇਂ ਟ੍ਰੈਜੈਕਟਰੀ 'ਚ ਇਸ ਮੂਵਮੈਂਟ ਦਾ ਅੰਦੋਲਨ ਦਾਖਲ ਹੋ ਚੁੱਕਾ ਆ। ਇਹ ਮੁਜ਼ੱਫਰਨਗਰ ਦੀ ਜਿਹੜੀ ਮਹਾ ਰੈਲੀ ਵਾਕਿਆ ਹੀ ਮੈਂ ਤੇ ਕਦੀ ਏਡੀ ਵੱਡੀ ਕਿਸਾਨਾਂ ਦੀ ਰੈਲੀ ਜਿਹਦੇ ਵਿੱਚ ਖਾਸ ਕਰਕੇ ਨੌਨ ਪੰਜਾਬੀ ਵੀ ਬਹੁਤ ਵੱਡੀ ਗਿਣਤੀ 'ਚ ਹੋਣ। ਪੰਜਾਬੀ ਤੇ ਚਲੋ ਹਰ ਜਗ੍ਹਾ ਪੱਗਾਂ ਤੋਂ ਦੂਰ ਨਜ਼ਰ ਆਉਂਦੇ ਆ, ਮੁਸਲਮ ਸਮੁਦਾਇ ਬਹੁਤ ਵੱਡੇ ਪੱਧਰ ਤੇ ਸ਼ਾਮਲ ਹੋਇਆ, ਬਾਕੀ ਸਾਰੇ ਸੂਬਿਆਂ ਤੋਂ 15 ਸੂਬਿਆਂ ਤੋਂ ਉਹ ਉੱਥੇ ਲੋਕ ਸ਼ਾਮਲ ਹੋਏ ਔਰ ਉਹਨਾਂ ਨੇ ਭਾਸ਼ਣ ਵੀ ਦਿੱਤੇ। ਤਾਮਿਲਨਾਡੂ, ਕਰਨਾਟਕਾ ਤੱਕ ਦੇ ਲੀਡਰ ਆਏ। ਇਹ ਕੁੱਲ ਮਿਲਾ ਕੇ ਇੱਥੋਂ ਸਾਫ਼ ਆ ਕਿ ਉਦੋਂ ਬਾਅਦ ਜਿਹੜਾ ਇਹ ਹੁਣ ਇੱਕ ਦਿਨ ਛੱਡ ਕੇ ਜਿਹੜਾ ਹੋਰ ਵੱਡਾ ਝਟਕਾ ਜਿਹੜਾ ਕਰਨਾਲ ਦੇ ਵਿੱਚ ਦਿੱਤਾ ਆ ਖੱਟੜ ਸਰਕਾਰ ਨੂੰ, ਉਹ 40 ਕੰਪਨੀਆਂ ਪੈਰਾਮਿਲਟਰੀ ਫੋਰਸ ਦੀਆਂ ਲਿਆ ਕੇ ਬੈਠੇ ਹੋਏ ਸੀ, ਰੈਪਿਡ ਐਕਸ਼ਨ ਫੋਰਸ ਸੀ ਔਰ CRPF ਸੀ, ਹੋਰ ਕਈ ਕਿਸਮ ਦੀਆਂ ਫੋਰਸਸ ਸੀਗੀਆਂ ਔਰ 30 ਕੰਪਨੀਆਂ ਇਸੇ ਤਰੀਕੇ ਨਾਲ ਪੁਲਿਸ ਦੀਆਂ, ਹਰਿਆਣਾ ਪੁਲਿਸ ਦੀਆਂ ਸੀਗੀਆਂ, 5 SP ਸੀਗੇ, ਪਤਾ ਨਹੀਂ 25 DSP, ਫਲਾਨਾ ਟਮਕਾਣਾ। ਪਰ ਜਿਉਂ ਹੀ ਜਿਹੜੀ 3-3.5 ਘੰਟੇ ਦੀ 11 ਲੀਡਰਾਂ ਨਾਲ ਮੀਟਿੰਗ ਫੇਲ ਹੋ ਗਈ ਤਾਂ ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਸ਼ਾਂਤਮਈ ਮਾਰਚ ਅੱਗੇ ਸੈਕਟਰੀਏਟ ਵੱਲ ਨੂੰ ਕਰਾਂਗੇ। ਤੇ ਸਾਰੇ ਜਿਹੜੇ ਬੈਰੀਕੇਡ ਸੀ, ਜਿਵੇਂ 25-26 ਨਵੰਬਰ ਨੂੰ ਇੱਥੇ ਪੰਜਾਬ ਦੀਆਂ ਸਰਹੱਦਾਂ ਤੇ ਹੋਏ ਸੀਗੇ 26 ਨਵੰਬਰ ਨੂੰ, ਤੇ ਸਿੱਧੇ ਉੱਥੇ ਕਿਸਾਨ ਜਿਹੜੇ 27 ਨੂੰ ਉੱਥੇ ਪਹੁੰਚ ਗਏ ਸੀਗੇ ਸਿੰਘੂ ਬਾਰਡਰ ਦੇ ਉੱਤੇ, ਤੇ ਟਿਕਰੀ ਦੇ ਵੀ ਅਗਲੇ ਦਿਨ ਉੱਥੇ ਵੱਡੇ ਪੱਧਰ ਤੇ ਪਹੁੰਚ ਗਏ ਸੀ। ਪਿਛਲੇ ਸਾਲ ਦੀ ਇੱਕ ਗੱਲ ਦੀ ਮੈਂ ਕਹਿ ਰਿਹਾ। ਉਸੇ ਤਰੀਕੇ ਨਾਲ ਇੱਥੇ ਵੀ ਤੁਹਾਨੂੰ ਬੈਰੀਕੇਡਿੰਗ ਕਿਵੇਂ ਮੈਲਟ ਹੁੰਦੀ ਨਜ਼ਰ ਆਈ। ਕਿੰਨੇ ਵੱਡੇ ਤੋਂ ਵੱਡੇ ਉਹ ਬੰਦੇ ਜਿਹੜੇ ਸੀ ਸਾਰੇ ਪਰਾਂ ਹਟ ਕੇ ਸੈਕਟਰੀਏਟ ਤੱਕ ਪਹੁੰਚੇ, ਪਾਣੀ ਦੀਆਂ ਵਿਛਾੜਾਂ ਚੱਲੀਆਂ, ਟੀਅਰ ਗੈਸ ਸ਼ੈਲ ਵੀ ਕਈ ਚੈਨਲ ਜਿਹੜੇ ਆ ਉਹ ਦੱਸ ਰਹੇ ਆ ਕਿ ਉੱਥੇ ਟੀਅਰ ਗੈਸ ਸ਼ੈਲ ਵੀ ਚੱਲੇ ਆ। ਹਾਲਾਂਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਉਹਦੇ ਵਿੱਚ ਅਜੇ ਕੋਈ ਕਨਕਲੂਡਿੰਗ ਉਹ ਚੀਜ਼ ਨਹੀਂ ਹੈ, ਹੋ ਜਾਊਗੀ ਜਿਸ ਤਰੀਕੇ ਨਾਲ। ਪਰ ਇੱਕ ਸਾਫ਼ ਜਿਹੜੀ ਗੱਲ ਦੇਖਣ ਵਾਲੀ ਇਹੀ ਹੈ ਇਹਦੇ ਵਿੱਚ ਕਿ ਇਹ ਕਿਸਾਨ ਮੂਵਮੈਂਟ ਜਿਸ ਤਰੀਕੇ ਨਾਲ ਹੁਣ ਜ਼ੋਰ ਫੜ ਗਈ ਹੈ, ਇਸ ਨੂੰ
ਤੁਸੀਂ ਸਿਰਫ ਤੇ ਸਿਰਫ ਦੇਖਦੇ ਰਹੋਗੇ ਆਉਣ ਵਾਲੇ ਸਮੇਂ 'ਚ ਇਹ ਤਿੰਨਾਂ ਕਾਨੂੰਨਾਂ ਨੂੰ ਵਾਪਸ ਕਰਨ ਤੱਕ ਸੀਮਿਤ ਨਹੀਂ ਰਹੂਗੀ। ਇਹਦਾ ਘੇਰਾ ਵੱਡਾ ਵਿਸ਼ਾਲ ਹੋ ਗਿਆ ਔਰ ਇਸ ਗੱਲ ਦੀ ਚਿੰਤਾ ਤੋਮਰ ਤੇ ਤੋਮਰ ਦੇ ਜਿਹੜੇ ਹੋਰ ਉਹਦੇ ਨਾਲ ਦੇ ਸਾਥੀ ਆ ਨਰਿੰਦਰ ਤੋਮਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਐਗਰੀਕਲਚਰ ਮਿਨਿਸਟਰ ਉਹਨਾਂ ਨੂੰ ਪੈ ਗਈ ਆ। ਜੋ ਉਹਨਾਂ ਨੇ ਅੱਜ ਬਿਆਨ ਦਿੱਤਾ ਸੁਖਵਿੰਦਰ ਉਹ ਬੜਾ ਅਫਸੋਸਜਨਕ ਆ। ਉਹਦੇ ਤੋਂ ਤੁਸੀਂ ਦੇਖਿਆ ਹੋਣਾ ਕਿ ਉਹ ਕਹਿੰਦੇ ਕਿ ਅਸੀਂ ਰਿਕਾਰਡ ਕਿਸਾਨਾਂ ਦਾ ਕਾਇਮ ਕਰਨਾ ਡਿਜੀਟਾਈਜੇਸ਼ਨ ਐਗਰੀਕਲਚਰ ਦੀ ਕਰਨੀ ਆ ਸਾਇੰਟੀਫਿਕ ਢੰਗ ਦੇ ਨਾਲ ਅਸੀਂ ਐਗਰੀਕਲਚਰ ਨੂੰ ਅੱਗੇ ਤੋਰਨਾ। ਗੱਲਾਂ ਬਹੁਤ ਸੋਹਣੀਆਂ ਲੱਗਦੀਆਂ। ਹੁਣ ਉਹ 5.5 ਕਰੋੜ ਸਾਡੇ ਕੋਲ ਕਿਸਾਨਾਂ ਦਾ ਰਿਕਾਰਡ ਆ ਅਸੀਂ ਵਧਾ ਕੇ ਹੁਣ ਛੇਤੀ 8 ਕਰੋੜ ਦਾ ਉਹਦਾ ਕਰਨਾ ਸਾਰੇ ਕੱਲ ਉਹਨਾਂ ਨੇ 15 ਸੂਬਿਆਂ ਦੇ ਐਗਰੀਕਲਚਰ ਮਿਨਿਸਟਰਾਂ ਨਾਲ ਵੱਡੀ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਉਹਨਾਂ ਨੂੰ ਕਿਹਾ ਕਿ ਸਾਨੂੰ ਅੰਕੜੇ ਛੇਤੀ ਭੇਜੋ। 8 ਕਰੋੜ ਪਰਿਵਾਰ ਦਾ ਮਤਲਬ 40 ਕਰੋੜ ਲੋਕਾਂ ਦਾ ਡਾਟਾ ਕਿਉਂਕਿ ਔਸਤਨ 5 ਪਰਿਵਾਰ ਮੈਂਬਰ ਹੁੰਦੇ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਵਰਲਡ ਬੈਂਕ ਜਾਂ ਹੋਰ ਇੰਟਰਨੈਸ਼ਨਲ ਏਜੰਸੀਆਂ ਸਾਡੇ ਦੇਸ਼ ਤੋਂ ਉਮੀਦ ਕਰਦੀਆਂ ਸੀ ਕਿ ਉਹ 40 ਕਰੋੜ ਲੋਕਾਂ ਨੂੰ ਖੇਤੀ ਚੋਂ ਬਾਹਰ ਕੱਢ ਕੇ ਸੁੱਟਣਗੇ। ਉਹਦੀ ਕੱਲ ਅਨਾਉਂਸਮੈਂਟ ਇਹਨੇ ਵੇ ਫਾਰਮਲੀ ਕਰ ਦਿੱਤੀ ਗਈ ਇਨਡਾਇਰੈਕਟਲੀ ਕਿ ਇੰਨੇ ਬੰਦਿਆਂ ਦਾ ਡਾਟਾ ਭੇਜੋ ਇਹਨਾਂ ਦੀ ਅਸੀਂ ਮੱਕੂ ਬੰਨੀਏ ਜਿਹਨੂੰ ਕਹਿੰਦੇ ਆ ਇਹਨਾਂ ਦੀ ਫੱਟੀ ਪੋਚੀਏ ਔਰ ਇਹਨਾਂ ਨੂੰ ਫੇਲ ਕਰਕੇ ਅਸੀਂ ਖੇਤੀ ਤੋਂ ਬਾਹਰ ਕਰੀਏ। ਇਹਦਾ ਰਿਜ਼ਲਟ ਇਹ ਹੈ ਕਿਉਂਕਿ ਤੁਹਾਨੂੰ ਜਦੋਂ ਸਾਰਾ ਰਿਕਾਰਡ ਇਕੱਠਾ ਕਰ ਲਿਆ ਤੁਹਾਡਾ ਤਾਂ ਫਿਰ ਉਹਦੇ ਤੇ ਕੁਛ ਨਾ ਕੁਛ ਇਹੋ ਜਿਹੀ ਸਕੀਮ ਲਾਈ ਜਾਊਗੀ ਕਿ ਇਹ ਬੰਦੇ ਜਿਹੜੇ ਇਹਨਾਂ ਦੀ ਖੇਤੀ ਜਿਹੜੀ ਕਰਨ ਦੇ ਕਾਬਿਲ ਨਹੀਂ ਰਹਿਣਗੇ ਖੇਤੀ ਨੂੰ ਇੰਨਾ ਘਾਟੇ ਬੰਦਾ ਸੌਦਾ ਕਰ ਦੇਣਗੇ ਕਿ ਉਹ ਆਪ ਹੀ ਕਹਿਣਗੇ ਕਿ ਰੱਬ ਦਾ ਵਾਸਤਾ ਸਾਨੂੰ ਇਹ ਖੇਤੀ ਤੋਂ ਛਡਾਓ ਇਹ ਤੇ ਸਾਡੇ ਹੱਡ ਵੀ ਜਿਹੜੇ ਭੰਨੀ ਜਾਂਦੀ ਆ। ਹੁਣ ਉਸ ਤਰੀਕੇ ਨਾਲ ਸਰਕਾਰ ਬੜੀ ਆਰਾਮ ਨਾਲ ਤਹੱਮਲ ਦੇ ਨਾਲ ਸਲੋਲੀ ਜਿਸ ਤਰ੍ਹਾਂ ਸਲੋ ਪੋਇਜ਼ਨਿੰਗ ਕਿਸੇ ਨੂੰ ਦੇ ਕੇ ਖਤਮ ਕੀਤਾ ਜਾਂਦਾ ਉਸੇ ਤਰੀਕੇ ਨਾਲ ਖੇਤੀ ਨੂੰ ਆਪਣੇ ਕਬਜ਼ੇ 'ਚ ਕਰਕੇ ਕਿਸਾਨਾਂ ਨੂੰ ਉੱਥੋਂ ਬਾਹਰ ਕਰਕੇ ਇਹ ਜਿਹੜਾ ਬਿਆਨ ਆ ਮੈਨੂੰ ਤੇ ਸਾਫ਼-ਸਾਫ਼ ਇਹੋ ਨਜ਼ਰ ਆਇਆ ਕਿ ਉਹੋ ਹੀ ਪੁਰਾਣੀ ਗੱਲ ਜਿਹੜੀ 20-25 ਸਾਲ ਤੋਂ ਕੇਂਦਰੀ ਸਰਕਾਰਾਂ ਲਗਾਤਾਰ ਲੱਗੀਆਂ ਸੀ ਵਿੱਚੇ ਬੀਜੇਪੀ ਦੇ ਵਿੱਚੇ ਕਾਂਗਰਸ ਉਹਦਾ ਉਹਨਾਂ ਦਾ ਸੁਪਨਾ ਹੁਣ ਉਹ ਪੂਰਾ ਕਰਨ ਦੇ ਨੇੜੇ ਤੇੜੇ ਪਹੁੰਚ ਰਹੇ ਆ। ਇਸੇ ਲਈ ਇਹ ਜਿਹੜੀ ਮੂਵਮੈਂਟ ਆ ਕਿਸਾਨਾਂ ਦੀ ਪਿਛਲੇ 9 ਮਹੀਨਿਆਂ ਤੋਂ ਉੱਪਰ ਟਾਈਮ ਹੋ ਗਿਆ ਇਹ ਗੱਲਾਂ ਸਾਰੀਆਂ ਇਹਨਾਂ ਨੂੰ ਸਮਝਦੇ ਆ। ਨਹੀਂ ਤੇ ਐਡਾ ਵੱਡਾ ਇਕੱਠ ਧਰਮ ਇੱਕ ਪਾਸੇ ਰਹਿ ਗਏ ਜਾਤਾਂ ਇੱਕ ਪਾਸੇ ਰਹਿ ਗਈਆਂ ਬੋਲੀਆਂ ਇੱਕ ਪਾਸੇ ਰਹਿ ਗਈਆਂ ਸਟੇਟਾਂ ਇੱਕ ਪਾਸੇ ਰਹਿ ਗਈਆਂ ਤੇ ਕਿਸਾਨ ਹੀ ਕਿਸਾਨ ਤੇ ਮਜ਼ਦੂਰ ਹੀ ਮਜ਼ਦੂਰ ਤੇ ਭੈਣ ਭਰਾ ਹੀ ਸਾਰੇ ਨਜ਼ਰ ਆਉਂਦੇ ਬਜ਼ੁਰਗ ਤੇ ਨੌਜਵਾਨ ਇਕੱਠੇ ਨਜ਼ਰ ਆਉਂਦੇ। ਇਹਨਾਂ ਹਾਲਾਤਾਂ ਦੇ ਵਿੱਚ ਇਹ ਲਾਜ਼ਮੀ ਹੈ ਕਿ ਇਸ ਤੋਂ ਇੱਕ ਸਰਕਾਰਾਂ ਸਬਕ ਸਿੱਖ ਲੈਣ ਕਿ ਦੇਸ਼ ਦੇ ਵਿੱਚ ਜਿੰਨੀ ਜਾਗਰਤੀ ਪੈਦਾ ਹੋ ਗਈ ਹੈ ਇਹ ਹੁਣ ਚੁੱਪ ਕਰਕੇ ਨਹੀਂ ਬਹਿਣ ਵਾਲੇ। ਇਹ ਦੇਸ਼ ਦੀ ਦੂਜੀ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਹੈ। ਜੀ ਜੀ ਬਿਲਕੁਲ ਬਿਲकुल ਇੱਕ ਅਨੁਮਾਨ ਦੇ ਮੁਤਾਬਕ ਪ੍ਰੋਫੈਸਰ ਸਾਹਿਬ ਮੁਜ਼ੱਫਰਨਗਰ ਚ 10-15 ਲੱਖ ਤੇ ਕਰਨਾਲ ਦੇ ਵਿੱਚ ਲੱਖ ਸਵਾ ਲੱਖ ਦੇ ਕਰੀਬ ਕਿਸਾਨ ਪਰ ਬੀਜੇਪੀ ਨੂੰ ਫਰਕ ਕਿਸ ਢੰਗ ਨਾਲ ਪਏਗਾ ਕਿਉਂਕਿ ਇਕੱਠ ਵੱਡਾ ਬੀਜੇਪੀ ਵਾਲੇ ਸ਼ਾਇਦ ਇਹ ਗੱਲ ਕਹਿੰਦੇ ਹੋਣੇ ਕਿ ਕੋਈ ਵਰੁਣ ਗਾਂਧੀ ਬੋਲ ਗਏ ਤੇ ਫਿਰ ਕੀ ਗੱਲ ਹੈ। ਇੱਧਰ ਹਰਿਆਣੇ ਦੇ ਵਿੱਚ ਐਸਡੀਐਮ ਨੇ ਜੋ ਕੁਝ ਕੀਤਾ ਉਹਨੂੰ ਲੈ ਕੇ ਅਫਸੋਸ ਮਾੜਾ ਮੋਟਾ ਜਤਾ ਦਿੱਤਾ ਕਿ ਨਹੀਂ ਸੀ ਏਦਾਂ ਹੋਣਾ ਚਾਹੀਦਾ ਅਸੀਂ ਜਾਂਚ ਕਰ ਰਹੇ ਹਾਂ ਸਭ ਕੁਝ ਸਾਹਮਣੇ ਜਾਂਚ ਕੀ ਕਰਨੀ ਆ ਪਰ ਸਮਝ ਨਹੀਂ ਆ ਰਹੀ ਕਿ ਬੀਜੇਪੀ ਤੇ ਫਿਰ ਪ੍ਰੈਸ਼ਰ ਕਿਸਾਨ ਕਿੱਦਾਂ ਬਿਲਡ ਕਰਨ। ਤੁਹਾਡਾ ਕੀ ਮੰਨਣਾ ਹੈ ਇਸ ਸਭ ਬਾਰੇ ਕੀ ਰਣਨੀਤੀ ਪੈਣੀ ਆ ਕੀ ਤੁਹਾਡਾ ਕੀ ਖਿਆਲ ਹੈ ਕਿ ਸੁਖਵਿੰਦਰ ਹੁਣ ਪ੍ਰੈਸ਼ਰ ਨਹੀਂ ਆ ਉਹਨਾਂ ਦੀ ਭੂਤਨੀ ਭੁੱਲੀ ਪਈ ਉਹ ਤੇ ਬਖਲਾਏ ਪਏ ਆ ਨਹੀਂ ਤੇ ਇੰਨੀ ਫੋਰਸ ਉੱਥੇ ਇੱਕ ਮਿੰਨੀ ਸੈਕਟਰੀਏਟ ਦਾ ਘਰਾਓ ਹੀ ਕਰਨਾ ਸੀ ਉਹਨੂੰ ਕਿਤੇ ਉਹ ਢਾਉਣ ਚੱਲੇ ਸੀਗੇ ਉਹਨਾਂ ਤੇ ਹਮਲਾ ਕਰਨ ਚੱਲੇ ਸੀਗੇ ਕਿਉਂ ਇੰਨਾ ਡਰ ਗਏ ਡਰੇ ਹੋਏ ਆ ਬਹੁਤ ਜ਼ਿਆਦਾ ਡਰੇ ਹੋਏ ਤੇ ਡਰਕੇ ਹੋਏ ਆ। ਇਸ ਲਈ ਇਹ ਤੇ ਤੁਸੀਂ ਛੱਡ ਦਿਓ ਕਿ ਤੁਸੀਂ ਇਹਨੇ ਦਬਾਅ ਕਿਵੇਂ ਬਣਾਉਣ ਦਬਾਅ ਤੇ ਇੰਨਾ ਜ਼ਿਆਦਾ ਬਣਿਆ ਉਹ ਤੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਆ। ਉਹਨਾਂ ਨੇ ਆਪਣਾ ਇੱਜ਼ਤ ਦਾ ਮਾਮਲਾ ਬਣਾ ਲਿਆ ਜਿਹੜਾ ਰਾਜ ਹੱਠ ਦਾ ਮਾਮਲਾ ਬਣਾ ਲਿਆ। ਅਦਰਵਾਈਜ਼ ਇਹ ਗੱਲ ਕੁਝ ਵੀ ਨਹੀਂ ਸੀ ਸ਼ੁਰੂ 'ਚ ਉਹਨਾਂ ਨੂੰ ਸੈਟਲ ਕਰ ਲੈਣਾ ਚਾਹੀਦਾ ਸੀ। ਮੋਦੀ ਤੇ ਅਮਿਤ ਸ਼ਾਹ ਨੂੰ ਤੇ ਵਿੱਚੇ ਇਹਨਾਂ ਦੇ ਜਿਹੜੇ ਬਾਕੀ ਦੇ ਥੱਲੇ ਪੈਰੋਕਾਰ ਆ ਉਹਨਾਂ ਨੂੰ ਇਹ ਅੰਦਾਜ਼ਾ ਕਿਤੇ ਨਹੀਂ ਹੋਇਆ ਕਿ ਇਹ ਖਲਾਰਾ ਐਡਾ ਵੱਡਾ ਪੈ ਜਾਊਗਾ ਔਰ ਮੂਵਮੈਂਟ ਐਡੀ ਵੱਡੀ ਸਟਰੋਂਗ ਹੋ ਜੂਗੀ ਐਡਾ ਉਹਦਾ ਫੈਲਾਅ ਹੋ ਜਾਊਗਾ। ਇਹਨਾਂ ਨੂੰ ਸੀ ਕਿ 2 ਦਿਨ ਛਾਂਗਣ ਮੰਗਣ ਕਰਕੇ ਇਹ ਥੱਕ ਥੁੱਕ ਕੇ ਅਸੀਂ ਘਰੇ ਇਹਨਾਂ ਨੂੰ ਭੇਜ ਦਿਆਂਗੇ। ਇਹ ਇਹਨਾਂ ਦੀਆਂ ਅੰਦਾਜ਼ੇ ਬਿਲਕੁਲ ਗਲਤ ਨਿਕਲੇ। ਹੁਣ ਰਾਹ ਤੇ ਇਹਨਾਂ ਨੂੰ ਹੀ ਲੱਭਣਾ ਪਊਗਾ ਕਿਉਂਕਿ ਸਿਆਪਾ ਇਹਨਾਂ ਨੇ ਖੜਾ ਕੀਤਾ ਇਹਨਾਂ ਨੇ ਹੀ ਕਿਸਾਨਾਂ ਦੀਆਂ ਸੈਂਕੜੇ ਉੱਥੇ ਜਿਹੜੀਆਂ ਸ਼ਹੀਦੀਆਂ ਪਈਆਂ ਉਹਦੇ ਜ਼ਿੰਮੇਵਾਰ ਆ ਜੋ ਕੁੱਟ ਕਟਾਪਾ ਜੋ ਲਹੂ ਲਹਾਨ ਹੋ ਰਿਹਾ ਉਹਦੇ ਜ਼ਿੰਮੇਵਾਰ ਇਹ ਸਰਕਾਰ ਆ। ਅੱਜ ਵੀ ਜੇ ਕੁਝ ਹੋਰ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਜੋ ਅੱਗੇ ਜੋ ਵੀ ਕੁਝ ਹੋਊਗਾ ਉਹਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਹੋਊ ਕਿਉਂਕਿ ਕਿਸਾਨ ਆਪਣੀ ਵੱਲੋਂ ਕਿਸੇ ਵੀ ਕਿਸਮ ਦੀ ਵਾਇਲੈਂਸ ਨਾ ਇਹਨਾਂ ਨੇ ਪਹਿਲਾਂ ਕੀਤੀ ਹੈ ਨਾ ਉਹ ਕਿਸੇ ਵੀ ਹੋਰ ਕਰਨਾਲ ਵਾਲੇ ਸੰਘਰਸ਼ 'ਚ ਵੀ ਉਹਨਾਂ ਦਾ ਐਲਾਨੀਆ ਇਹੀ ਸੀਗਾ ਕਿ ਆਪਾਂ ਸ਼ਾਂਤਮਈ ਰਹਿਣਾ ਜਿੱਥੇ ਰੁਕਣਗੇ ਆਪਾਂ ਰੁਕਾਂਗੇ ਉੱਥੇ ਹੀ ਬੈਠ ਜਾਾਂਗੇ
ਤੇ ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖਿਆ ਕਿ ਹਰ ਕਿਸਮ ਦਾ ਹੱਥ ਕੰਡਾ, ਵਿਛਾੜਾਂ ਪਾਣੀ ਦੀਆਂ, ਹੋਰ ਜਲ ਤੋਪਾਂ ਦੇ ਨਾਲ ਖਦੇੜਿਆ ਗਿਆ, ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ ਆ। ਪਰ ਇਹਦੇ ਨਾਲ ਤੁਸੀਂ ਕਿਸਾਨਾਂ ਦੀ ਮੂਵਮੈਂਟ ਨੂੰ ਹੋਰ ਮਜ਼ਬੂਤ ਹੀ ਕਰ ਰਹੇ ਆ, ਉਹਨਾਂ ਦੇ ਹੌਸਲੇ ਪਸਤ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਪ੍ਰੋਫੈਸਰ ਸਾਹਿਬ, ਜੇਜੇਪੀ ਤਾਂ ਨਵੀਂ ਪਾਰਟੀ ਆ, ਆਪਣੀ ਸਿਆਸਤ ਨੂੰ ਹੋਰ ਅੱਗੇ ਵਧਾ ਸਕਦੀ ਹੈ ਲੋਕਾਂ ਦੇ ਵਿੱਚ ਜਾ ਕੇ। ਫਿਰ ਜੇਜੇਪੀ ਦੀਆਂ ਕਿਹੜੀਆਂ ਮਜਬੂਰੀਆਂ ਨੇ ਕਿ ਉਹ ਬੀਜੇਪੀ ਦੇ ਨਾਲ ਇਸ ਢੰਗ ਨਾਲ ਜੁੜ ਗਏ ਕਿ ਪਤਾ ਨਹੀਂ ਕਿੰਨਾ ਕੁ 9 ਮਾਸ ਦਾ ਰਿਸ਼ਤਾ ਪੁਰਾਣਾ, ਜਿਵੇਂ ਪੰਜਾਬ 'ਚ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਸੀ। ਦੇਖੋ, ਇੱਕ ਗੱਲ ਤੇ ਸਾਫ਼ ਜੇਜੇਪੀ ਨੂੰ ਪਤਾ ਆ ਕਿ ਜੇ ਉਹ ਬਾਹਰ ਹੋਣਗੇ ਤੇ ਉਹ ਸ਼ਾਇਦ ਜੇਲ੍ਹ ਦੇ ਅੰਦਰ ਹੋਣਗੇ। ਇਸ ਕਿਸਮ ਦੀ ਵੀ ਉਹਨਾਂ ਨੇ, ਕਿਉਂਕਿ ਇਹ ਪਾਰਟੀ ਜਿਹੜੀ ਹੁਣ ਸਾਡੀ ਰੂਲਿੰਗ ਆ, ਉਹ ਬਲੈਕਮੇਲਰ ਨੰਬਰ 1 ਹੈਗੀ ਆ। ਉਹ ਸਾਰਿਆਂ ਦੀਆਂ ਫਾਈਲਾਂ ਝਾੜ ਝੂੜ ਕੇ ਕਿੰਨੀਆਂ ਪਾਰਟੀਆਂ ਨੂੰ, ਵੱਡੀਆਂ ਵੱਡੀਆਂ ਲੀਡਰਾਂ ਨੂੰ ਉਹਨਾਂ ਨੇ ਇੰਝ ਹੀ ਕੰਟਰੋਲ ਕਰਕੇ ਰੱਖਿਆ ਕਿ ਉਹ ਮਾਹੌਲੀ ਜੀ ਉਹਨਾਂ ਦੀ ਫਾਈਲ ਦਿਖਾ ਦਿੰਦੇ ਆ ਵੀ ਦੇਖ ਲਓ ਐਡੀ ਕੁ ਮੋਟੀ ਆ, ਅਸੀਂ ਹੋਰ ਇਹਦੇ 'ਚ 150 ਕਾਗਜ਼ ਲਾ ਕੇ ਆਉਣ ਵਾਲੇ ਸਮੇਂ 'ਚ ਇਹਨੂੰ ਹੋਰ ਮੋਟੀ ਕਰ ਰਹੇ ਆ, ਤੇ ਉਹਦੇ 'ਚੋਂ ਹੀ ਡਰਦੇ ਆ। ਉਹਨਾਂ ਦੇ ਸਾਹਮਣੇ ਚੁਆਇਸ ਇਹ ਹੈ ਕਿ ਜੇਲ੍ਹ 'ਚ ਜਾਣਾ ਜਾਂ ਜਿਹੜੀ ਉਪ ਮੁੱਖ ਮੰਤਰੀ ਦੀ ਗੱਦੀ ਤੇ ਬਹਿਣਾ। ਤੇ ਹਰ ਇੱਕ ਨੂੰ ਲੱਗਦਾ ਕਿ ਜੇ ਜੇਲ੍ਹ ਨਾਲੋਂ ਚੰਗਾ ਤੇ ਉਪ ਮੁੱਖ ਮੰਤਰੀ ਦੀ ਗੱਦੀ ਤੇ ਬੈਠੋ, ਭਾਵੇਂ ਜੁੱਤੀਆਂ ਹੀ ਪਈ ਜਾਣ ਬਾਹਰੋਂ, ਜੋ ਮਰਜ਼ੀ ਰੌਲਾ ਪਏ। ਜਿਹੜੀ ਹੁਣ ਸਾਨੂੰ ਰਾਜ ਕਰਨ ਦੇ ਕੁਝ ਮਿਲੇ ਹੋਏ ਆ, ਬਹਾਨਾ ਮਿਲਿਆ ਹੋਇਆ ਜਾਂ ਇੱਕ ਮੌਕਾ ਮਿਲਿਆ ਹੋਇਆ, ਉਸ ਨੂੰ ਜੇ ਹੱਥੋਂ ਗਵਾਤਾ ਤੇ ਇਹ ਨਾ ਹੋਵੇ ਕਿ ਅਸੀਂ ਇੱਧਰੋਂ ਰਾਜ ਤੋਂ ਵੀ ਜਾਈਏ ਤੇ ਅਗਲੀ ਵਾਰੀ ਸਾਨੂੰ ਵੋਟਾਂ ਵੀ ਨਾ ਪੈਣ। ਇਸ ਕਿਸਮ ਦੀ ਉਹ ਰਾਜਨੀਤੀ ਮੈਨੂੰ ਲੱਗਦਾ ਕਰ ਰਹੇ ਆ। ਇਸ ਗੱਲ ਦਾ ਤੇ ਜੇਜੇਪੀ ਨੂੰ ਵੀ ਪਤਾ ਹੈ ਕਿ ਜੋ ਗੁੱਸਾ, ਜਿੰਨਾ ਲੋਕਾਂ ਦਾ ਗੁੱਸਾ, ਹਰਿਆਣੇ ਦੇ ਕਿਸਾਨਾਂ ਦਾ ਗੁੱਸਾ ਇਹਨਾਂ ਦੇ ਉੱਤੇ, ਖੱਟਰ ਦੇ ਉੱਤੇ ਹੋਗਾ, ਉਨਾ ਹੀ ਉਹਦੇ ਨਾਲੋਂ ਰੱਤੀ ਦੋ ਵੱਧ ਹੀ ਜੇਜੇਪੀ ਦੇ ਉੱਪਰ ਵੀ ਆਉਣ ਵਾਲੇ ਸਮੇਂ 'ਚ ਹੋਊਗਾ। ਪਰ ਮੈਂ ਇੱਕ ਗੱਲ ਤੁਸੀਂ ਵੀ ਜਿਹੜੀ ਨੋਟ ਕੀਤੀ ਹੈ, ਮੈਂ ਵੀ ਨੋਟ ਕੀਤੀ ਹੈਗੀ ਕਿ ਉਹਨਾਂ ਦੇ ਜੇਪੀ ਨੱਡਾ ਜਿਹੜੇ ਆ ਐਗਰੀਕਲਚਰ ਮਿਨਿਸਟਰ ਹਰਿਆਣੇ ਵਾਲੇ, ਉਹ ਕਹਿ ਰਹੇ ਆ ਕਿ ਪ੍ਰੋਫੈਸਰ ਸਾਹਿਬ ਇੱਥੇ ਦਰੁਸਤ ਕਰੀਏ, ਜੇਪੀ ਦਲਾਲ ਜਿਹੜੇ ਨੇ ਉੱਥੋਂ ਦੇ, ਸੌਰੀ ਉਹ ਨੱਡਾ ਤੇ ਉਹਨਾਂ ਦੇ ਪ੍ਰਧਾਨ ਜੇਪੀ ਦਲਾਲ ਜਿਹੜੇ ਆ ਐਗਰੀਕਲਚਰ ਮਿਨਿਸਟਰ ਜਿਹੜੇ, ਉਹ ਓਪਨਲੀ ਮੈਂ ਬਿਆਨ ਉਹਨਾਂ ਦਾ ਸੁਣ ਰਿਹਾ ਸੀ। ਉਹ ਕਹਿੰਦੇ ਸੁਪਾਰੀ ਦੇ ਕੇ ਕਾਂਗਰਸ ਨੇ ਇਹ ਕਿਸਾਨ ਲੀਡਰ ਖਾਸ ਕਰ ਚੜੂਨੀ ਨੂੰ ਟਾਰਗੇਟ ਕਰਕੇ ਕਹਿ ਰਹੇ ਸੀਗੇ ਕਿ ਛੱਡੇ ਹੋਏ ਆ, ਇਸ ਲਈ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਹਿੱਤਾਂ ਨਾਲ, ਨਾ ਕਿਸਾਨ ਇਹਨਾਂ ਦੇ ਬਹੁਤੇ ਨਾਲ ਹੈਗੇ ਆ, ਇਹ ਤੇ ਕਿਸਾਨਾਂ ਨੂੰ ਆਪਣੇ ਮਤਲਬਾਂ ਲਈ ਵਰਤ ਰਹੇ ਆ। ਇਸ ਕਿਸਮ ਦਾ ਓਪਨਲੀ ਇੱਕ ਐਡੇ ਵੱਡੇ ਲੀਡਰ ਵੱਲੋਂ, ਐਡੇ ਵੱਡੇ ਮਿਨਿਸਟਰ ਵੱਲੋਂ ਇਹੋ ਜਿਹੀ ਗੱਲ ਦਾ ਬਿਆਨ ਦੇਣਾ, ਸੁਖਵਿੰਦਰ ਇਹ ਸਾਫ਼ ਦੱਸਦਾ ਕਿ ਉਹ ਤਕੜੇ ਨਹੀਂ, ਉਹ ਆਪਣੇ ਆਪ ਤੇ ਉਹਨਾਂ ਦਾ ਆਤਮ ਵਿਸ਼ਵਾਸ ਟੁੱਟ ਚੁੱਕਾ ਆ, ਉਹ ਬਖਲਾਏ ਹੋਏ ਆ ਤੇ ਹਿੱਸੇ ਹੋਏ, ਜਿਸ ਤਰ੍ਹਾਂ ਕਿਸੇ ਦੇ ਗਾਲੀ ਗਲੋਚ ਤੇ ਆ ਗਏ ਆ। ਇਸ ਕਿਸਮ ਦਾ ਇੱਕ ਐਡੇ ਵੱਡੇ ਪਾਪੂਲਰ ਲੀਡਰ ਨੂੰ ਇਹ ਗਾਲੀ ਦੇਣੀ ਕਿ ਉਹ ਸੁਪਾਰੀ ਲੈ ਕੇ ਕੰਮ ਕਰ ਰਿਹਾ, ਜਾਣੀ ਉਹ ਇੱਕ ਗੈਂਗਸਟਰ ਹੈਗਾ ਆ, ਉਹ ਇੱਕ ਜਾਣੀ ਇੱਕ ਕਿਸਮ ਦੇ ਪੈਸੇ ਲੈ ਕੇ ਤੇ ਆਪਣੇ ਕੰਮ ਕਰ ਰਿਹਾ, ਇਹ ਇੱਕ ਮਿਨਿਸਟਰ ਵੱਲੋਂ ਜਿਹੜਾ ਕਿ ਅਹੁਦੇ ਦੇ ਉੱਤੇ ਆ, ਕਿਸੇ ਪਾਰਟੀ ਵੱਲੋਂ ਕਹਿਣਾ ਗੱਲ ਹੋ ਰਿਹਾ, ਇੱਕ ਮਿਨਿਸਟਰ ਵੱਲੋਂ ਕਹਿਣਾ, ਮੈਨੂੰ ਲੱਗਦਾ ਇੱਕ ਬਲਦੀ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਹੈਗੀ ਆ। ਸੁਖਵਿੰਦਰ ਉਹਦਾ ਆਖਰੀ ਸਵਾਲ 2 ਟੁਕ 'ਚ ਜਵਾਬ ਦਿਓ ਕਿ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਕਿਉਂ ਨਹੀਂ, ਪੰਜਾਬ ਸਰਕਾਰ ਵੀ ਤਾਂ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਅਸਰ ਕਰਦੀ ਹੈ, ਉਹ ਕਹਿੰਦੇ ਪੰਜਾਬ 'ਚ ਕਿਉਂ ਨਹੀਂ ਜਾਂਦੇ, ਮੋਗਾ ਕਾਂਡ ਦੇਖਿਆ ਹੋਣਾ, ਹਰਿਆਣੇ 'ਚ ਕਿਉਂ ਮਾਹੌਲ ਖਰਾਬ ਕਰਦੇ। ਦੇਖੋ, ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤੇ ਇਹ ਹੈ ਕਿ ਜੋ ਇੱਥੇ ਦਿੱਲੀ ਦੇ ਨਰਿੰਦਰ ਤੋਮਰ, ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਹੜੇ ਇੱਥੇ ਉਹਨਾਂ ਦੇ ਪੈਰੋਕਾਰ ਆ, ਨੱਕ 'ਚ ਦਮ ਉਹਨਾਂ ਦਾ ਵੀ ਕੀਤਾ। ਮਲੋਟ 'ਚ ਕੀ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆ ਕੇ ਇੱਥੇ ਵੀ ਗਲਤ ਬਿਆਨੀ ਕਰਦੇ ਆ, ਉਹਨਾਂ ਦਾ ਨੱਕ 'ਚ ਦਮ ਉਸੇ ਤਰ੍ਹਾਂ ਹੀ ਆ, ਕਿਉਂਕਿ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਆ, ਕਿਉਂਕਿ ਇਹ ਜਾ ਕੇ ਚਮਚੀ ਮਾਰਦੇ ਆ, ਪੂਛ ਹਿਲਾਉਂਦੇ ਆ ਦਿੱਲੀ ਵਾਲੇ ਆਪਣੇ ਲੀਡਰਾਂ ਦੇ ਸਾਹਮਣੇ, ਤੇ ਉਹਨਾਂ ਨੂੰ ਉੱਥੋਂ ਸ਼ਾਬਾਸ਼ੇ ਲੈ ਕੇ ਇੱਥੇ ਡਾਂਗ ਸੋਟੇ ਚਲਾਉਂਦੇ ਆ, ਖੱਟਰ ਹੋਣੀ ਆ ਕੇ ਕਦੀ FIRਾਂ ਦਰਜ ਕਰਦੇ ਆ, ਤੇ ਕੁਦਰਤੀ ਉਹਦਾ ਰਿਐਕਸ਼ਨ ਇੱਥੇ ਹੋਣਾ। ਜੇ ਲਾਈਨਾਂ ਤੋਂ, ਜਦੋਂ ਲਾਈਨਾਂ ਤੇ ਇੰਨੇ ਦਿਨ ਗੱਡੀਆਂ ਬੰਦ ਰਹੀਆਂ ਪਿਛਲੇ ਸਾਲ, ਤਾਂ ਜੇ ਕਾਂਗਰਸ ਦੀ ਸਰਕਾਰ ਇਸ ਤਰ੍ਹਾਂ ਕਰਦੀ ਤੇ ਇਹਨਾਂ ਦਾ ਵੀ ਹਾਲ ਉਸੇ ਤਰ੍ਹਾਂ ਹੁੰਦਾ। ਕਾਂਗਰਸ ਨੇ ਇਹੋ ਜਿਹੀਆਂ ਗਲਤੀਆਂ ਨਹੀਂ ਕੀਤੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੋਗੇ ਵਾਲੀ ਗੱਲ ਜਿਹੜੀ ਘਟਨਾ ਹੋਈ ਹੈ ਅਕਾਲੀਆਂ ਦੀ ਵਿਰੋਧਤਾ ਕਰਨ ਦੇ ਵਿੱਚ, ਤੇ ਜੇ ਸੁਖਵਿੰਦਰ ਉਹ ਕੇਸ ਵਾਪਸ ਨਾ ਲਏ ਤੇ ਮੋਰਚੇਬੰਦੀ ਇੱਥੇ ਵੀ ਹੋਊਗੀ। ਇਹ ਕਿਸੇ ਨੂੰ ਕੋਈ ਵੀ ਮਾਫ ਕਰਨ ਵਾਲਾ ਨਹੀਂ ਹੈ। ਇਹ ਮਤ ਸੋਚੋ ਕਿ ਕਿਸਾਨ ਪਾਰਟੀ A ਜਾਂ B ਜਾਂ C ਦੇ ਕੋਈ ਦੁੰਮ ਛੱਲੇ ਆ ਜਿਨ੍ਹਾਂ ਨੂੰ ਕਹਿੰਦੇ, ਜਾਂ ਉਹਨਾਂ ਦੀਆਂ ਪੂਛਾਂ, ਇਸ ਤਰ੍ਹਾਂ ਨਹੀਂ ਹੈਗਾ। ਉਹ ਸਿਰਫ ਤੇ ਸਿਰਫ ਲਾਇਲ ਹੈਗੇ ਆ, ਵਫਾਦਾਰ ਹੈਗੇ ਆ ਆਪਣੇ ਕਿਸਾਨਾਂ ਲਈ ਔਰ ਉਹਨਾਂ ਯੂਨੀਅਨਾਂ ਲਈ ਔਰ ਉਹ ਸੰਯੁਕਤ ਕਿਸਾਨ ਮੋਰਚੇ ਲਈ। ਔਰ ਜਿਹੜਾ ਵੀ ਕਿਸਾਨ ਇਹ ਉਹਨਾਂ ਦੀ ਇੱਕ ਸਾਂਝੀ ਸੋਚ ਤੋਂ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰੂਗਾ, ਉਹ ਹੀ ਮਰੂਗਾ, ਤੇ ਦੂਜਿਆਂ ਦਾ, ਇਸ ਮੂਵਮੈਂਟ ਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਨਹੀਂ, ਸਗੋਂ ਆਪਣਾ ਹੀ ਨੁਕਸਾਨ
ਕਰੂਗਾ। ਇਸ ਲਈ ਸੁਖਵਿੰਦਰ ਜੀ ਇਹ ਗੱਲ ਕਹਿਣਾ ਕਿ ਕਿਸਾਨ ਸਿਰਫ ਖੱਟੜ ਦੇ ਪਿੱਛੇ ਪਏ ਆ ਜਾਂ ਯੋਗੀ ਦੇ ਪਿੱਛੇ ਪਏ ਆ, ਕਿਉਂਕਿ ਉਹ ਧਿਰ ਬਣ ਕੇ ਨਰਿੰਦਰ ਮੋਦੀ ਦੀ ਚਮਚੀ ਮਾਰਦੇ ਆ, ਨਰਿੰਦਰ ਮੋਦੀ ਦੇ ਮਾਊਥ ਪੀਸ ਬਣੇ ਆ ਔਰ ਕਿਸਾਨਾਂ ਤੇ ਲਾਠੀਆਂ ਚਲਾਉਂਦੇ ਆ, ਤਾਂ ਫਿਰ ਕੁਦਰਤੀ ਹੈ ਗੁੱਸਾ ਉੱਥੇ ਜ਼ਿਆਦਾ ਹੋਊਗਾ। ਜੇ ਕੱਲ ਨੂੰ ਕੈਪਟਨ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਬਣੇ ਹੋਏ ਕਿਸਾਨਾਂ ਦੇ ਉੱਤੇ ਮੋਗੇ ਦੇ ਵਿੱਚ ਕੇਸਾਂ ਨੂੰ ਵਾਪਸ ਨਹੀਂ ਕਰਦੀ, ਤਾਂ ਉਹੀ ਹਸ਼ਰ ਇਸ ਪੰਜਾਬ ਦੀ ਕਾਂਗਰਸ ਦੀ ਸਰਕਾਰ ਦਾ ਵੀ ਹੋਊਗਾ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।